ਕੀ ਤੁਸੀਂ ਜਾਣਦੇ ਹੋ ਕਿ ਔਰੰਗਜ਼ੇਬ ਪ੍ਰਜਾ ਦਾ ਭਲਾ ਸੋਚਣ ਵਾਲਾ ਇੱਕ ਦਿਆਲੂ, ਇਮਾਨਦਾਰ ਤੇ ਬਹਾਦਰ ਬਾਦਸ਼ਾਹ ਸੀ। ਕੀ ਚਮਕੌਰ ਦੀ ਗੜੀ 'ਚ ਘੇਰਾ ਪਾਉਣ ਵਾਲੀ ਫੌਜ ਦੀ ਗਿਣਤੀ 10 ਲੱਖ ਨਹੀਂ ਸੀ? ਚਮਕੌਰ ਦੀ ਜੰਗ 'ਚ ਹੋਈਆਂ ਸ਼ਹੀਦੀਆਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀ ਗੱਲ ਦਾ ਬੜਾ ਵੱਡਾ ਅਫਸੋਸ ਸੀ? ਮੁਸਲਮਾਨ ਸਮਾਜ 786 ਅੰਕ ਨੂੰ ਆਪਣੇ ਧਾਰਮਿਕ ਚਿੰਨ੍ਹ ਤਰ੍ਹਾਂ ਕਿਉਂ ਮੰਨਦੇ ਹਨ? ਹਾਂਜੀ, ਸਤਿ ਸ਼੍ਰੀ ਅਕਾਲ ਗੇਮ ਚੇਂਜਰਸ ਸਕਸੈਸ ਦਾ ਰਾਹ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। ਹਾਂਜੀ, ਅੱਜ ਗੱਲ ਕਰਾਂਗੇ ਕਿ ਇਹੋ ਜਿਹੇ ਇਤਿਹਾਸਿਕ ਖੱਤ ਦੀ ਜਿਸ ਨੂੰ ਪੜ੍ਹਨ ਤੋਂ ਬਾਅਦ ਪੂਰੇ ਭਾਰਤ ਤੇ ਆਪਣੇ ਜ਼ੁਲਮ ਦੀ ਇੰਤਹਾ ਕਰਨ ਵਾਲਾ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਅਪਰਾਧ ਬੋਧ ਨਾਲ ਹੀ ਝੁਰ ਕੇ ਮਰ ਗਿਆ ਸੀ। ਇਹ ਖੱਤ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜਫਰਨਾਮੇ ਦੇ ਨਾਮ ਨਾਲ ਦਰਜ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ। ਜਫਰਨਾਮਾ ਸ਼ਬਦ ਦਾ ਅਰਥ ਹੈ ਫਤਿਹ ਦੀ ਚਿੱਠੀ। ਇਸ ਖੱਤ ਤੋਂ ਪਤਾ ਲੱਗਦਾ ਹੈ ਕਿ ਕਲਮ 'ਚ ਕਿੰਨੀ ਤਾਕਤ ਹੁੰਦੀ ਹੈ। ਜੋ ਕੰਮ ਦੁਨੀਆ ਦੀ ਕੋਈ ਤਲਵਾਰ ਨਹੀਂ ਕਰ ਸਕੀ ਸੀ, ਉਹ ਕੰਮ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਨਾਲ ਕਰ ਦਿਖਾਇਆ ਸੀ। ਜਫਰਨਾਮਾ, ਇਹ ਨਾਂ ਤਾਂ ਆਪਾਂ ਸਭ ਨੇ ਸੁਣਿਆ ਹੈ, ਪਰ ਬੜਾ ਜ਼ਰੂਰੀ ਦਸਤਾਵੇਜ਼ ਹੋਣ ਤੋਂ ਬਾਅਦ ਵੀ ਬਹੁਤ ਘੱਟ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਹੈ। ਇਸ ਦਾ ਜੋ ਮੇਨ ਕਾਰਨ ਮੈਂ ਆਬਜ਼ਰਵ ਕੀਤਾ ਉਹ ਇਹ ਹੈ ਕਿ ਇਹ ਖੱਤ ਮੂਲ ਰੂਪ ਨਾਲ ਫਾਰਸੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਤੇ ਜਿਹੜੇ YouTube ਵੀਡੀਓਜ਼ ਇਸ ਦੀ ਕਥਾ ਸੁਣਾਉਂਦੇ ਹਨ ਉਹ 3 ਘੰਟੇ ਤੋਂ ਲੈ ਕੇ 8-9 ਘੰਟੇ ਤੱਕ ਲੰਬੇ ਹਨ। ਹੁਣ ਲਗਭਗ 3 ਮੂਵੀਜ਼ ਜਿੰਨਾ ਟਾਈਮ ਕਿਸੇ ਕਥਾਵਾਚਕ ਨੂੰ ਲਗਾਤਾਰ ਸੁਣਨਾ ਇਹ ਅੱਜ ਦੇ ਸਮੇਂ ਦੇ ਹਿਸਾਬ ਨਾਲ ਬੜਾ ਔਖਾ ਕੰਮ ਹੈ, ਪਰ ਇਸ ਦੀ ਜਾਣਕਾਰੀ ਆਮ ਸੰਗਤਾਂ ਨੂੰ ਹੋਣਾ ਜ਼ਰੂਰੀ ਹੈ। ਇਸ ਲਈ ਇਸ ਵੀਡੀਓ ਵਿੱਚ ਜਫਰਨਾਮਾ ਸਾਹਿਬ ਦੀ ਇੰਟਰਸਟਿੰਗ ਸਮਰੀ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ। ਪਰ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਕਿਉਂਕਿ ਇਤਿਹਾਸ ਨਾਲ ਹੀ ਹੈ ਸਾਡੀ ਪਛਾਣ। ਇਤਿਹਾਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਹ ਖਤਮ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਜੰਗ ਤੋਂ ਬਾਅਦ ਦੀਨਾ ਕੰਗੜ ਦੇ ਇਲਾਕੇ 'ਚ ਭਾਈ ਦੇਸਾ ਸਿੰਘ ਜੀ ਦੇ ਚੁਬਾਰੇ 'ਚ ਬੈਠ ਕੇ ਲਿਖਿਆ ਸੀ ਤੇ ਭਾਈ ਦਇਆ ਸਿੰਘ ਜੀ ਤੇ ਭਾਈ ਤਰਨ ਸਿੰਘ ਜੀ ਇਸ ਨੂੰ ਲੈ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਗਏ ਸਨ। ਜਫਰਨਾਮੇ ਵਿੱਚ 11 ਉਸਤਤਾਂ ਹਨ। ਇਸ ਦੇ ਪਹਿਲੇ ਵਰਕੇ ਤੇ 9 ਸ਼ੇਅਰ ਤੇ ਅਗਲੇ 4 ਵਰਕਿਆਂ ਤੇ 21 ਸ਼ੇਅਰ ਹਨ। ਇਸ ਖੱਤ ਦੀ ਓਰੀਜਨਲ ਕਾਪੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਲਿਖਿਆ ਸੀ, ਉਸ ਦੀ ਲਿਖਾਈ ਇੰਨੀ ਖੁਸ਼ਕਤ ਤੇ ਸੋਹਣੀ ਹੈ ਜਿਸ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਫਾਰਸੀ ਭਾਸ਼ਾ ਦਾ ਇੱਕ ਬੜਾ ਮਹਾਨ ਕਵੀ ਹੋਇਆ ਹੈ ਸੈਯਦ ਮੁਹੰਮਦ ਤਾਮੇਲ। ਉਸਨੇ ਕਈ ਮਹਾਨ ਗ੍ਰੰਥ ਲਿਖੇ ਹਨ ਤੇ ਜਦੋਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਪੜ੍ਹੀਆਂ ਤਾਂ ਉਸ ਦਾ ਕਹਿਣਾ ਸੀ ਕਿ ਮੇਰੀਆਂ ਲਿਖਤਾਂ ਤਾਂ ਇਸ ਦੀਆਂ 5 ਵੀ ਨਹੀਂ ਹਨ। ਹਾਲਾਂਕਿ ਉਹ ਬਗਦਾਦ ਦਾ ਰਹਿਣ ਵਾਲਾ ਸੀ ਤੇ ਫਾਰਸੀ ਉਸ ਦੀ ਮਾਂ ਬੋਲੀ ਭਾਸ਼ਾ ਸੀ, ਜਦਕਿ ਗੁਰੂ ਗੋਬਿੰਦ ਸਿੰਘ ਜੀ ਲਈ ਫਾਰਸੀ ਇੱਕ ਵਿਦੇਸ਼ੀ ਭਾਸ਼ਾ ਸੀ। ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਵੱਡੇ ਵਿਦਵਾਨ ਸਨ। ਜਫਰਨਾਮੇ ਦੇ ਸ਼ੁਰੂਆਤੀ 12 ਸ਼ੇਅਰਾਂ ਵਿੱਚ ਗੁਰੂ ਸਾਹਿਬ ਨੇ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਪੁਰਾਣੇ ਟਾਈਮ 'ਚ ਲੋਕ ਚਿੱਠੀ ਦੀ ਸ਼ੁਰੂਆਤ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਲਿਖ ਕੇ ਰੱਬ ਨੂੰ ਯਾਦ ਕਰਿਆ ਕਰਦੇ ਸੀ ਤੇ ਮੁਸਲਮਾਨ ਸਮਾਜ ਦੇ ਲੋਕ 786 ਲਿਖਿਆ ਕਰਦੇ ਸਨ। ਮੁਸਲਿਮ ਸਮਾਜ ਦੇ ਲੋਕ 786 ਧਾਰਮਿਕ ਚਿੰਨ੍ਹ ਦੀ ਤਰ੍ਹਾਂ ਇਸ ਲਈ ਵਰਤਦੇ ਹਨ ਕਿਉਂਕਿ ਜਦੋਂ 786 ਨੂੰ ਅਰਬੀ ਤੇ ਫਾਰਸੀ ਵਿੱਚ ਗੁਣਾਤਮਕ ਅਧਿਐਨ ਕੀਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਬਣਦਾ ਹੈ ਬਿਸਮਿਲ੍ਲਾਹਿਰ ਰਹਿਮਾਨ ਰਹੀਮ। 13ਵੇਂ ਸ਼ੇਅਰ ਤੋਂ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਲਿਖਣਾ ਸ਼ੁਰੂ ਕਰਦੇ ਹਨ। ਚਮਕੌਰ ਦੀ ਜੰਗ ਲੜਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਿੱਚ ਇੱਕ ਗੱਲ ਦਾ ਬੜਾ ਵੱਡਾ ਅਫਸੋਸ ਸੀ। ਹੁਣ ਗੱਲ ਗੌਰ ਕਰਨ ਵਾਲੀ ਹੈ ਕਿ ਪਿਤਾ ਸ਼ਹੀਦ, ਮਾਤਾ ਸ਼ਹੀਦ, ਪੁੱਤਰ ਸ਼ਹੀਦ, ਜਾਨ ਤੋਂ ਪਿਆਰੇ ਸਿੰਘ ਸ਼ਹੀਦ, ਪਰ ਗੁਰੂ ਸਾਹਿਬ ਨੂੰ ਉਹਨਾਂ ਦੇ ਜਾਣ ਦਾ ਅਫਸੋਸ ਨਹੀਂ ਸਗੋਂ ਮਾਣ ਸੀ। ਅਫਸੋਸ ਕਰ ਰਹੇ ਹਨ ਕਿਹੜੀ ਗੱਲ ਦਾ? ਕਿ ਔਰੰਗਜ਼ੇਬ ਤੇਰਾ ਮੁੱਖ ਜਰਨੈਲ ਖਵਾਜਾ ਖਿਵਰ ਖਾਨ, ਜਿਸ ਨੇ ਮੇਰਾ ਸਿਰ ਵੱਢਣ ਦਾ ਬੀੜਾ ਚੁੱਕਿਆ ਸੀ, ਉਹ ਚਮਕੌਰ ਦੀ ਜੰਗ 'ਚ ਜਦੋਂ ਮੇਰੇ ਸਾਹਮਣੇ ਆਇਆ ਤਾਂ ਉਸ ਤੇ ਨਿਸ਼ਾਨਾ ਲਗਾਉਣ ਲਈ ਮੈਂ ਤੀਰ ਭਰ ਕੇ ਜਦੋਂ ਕਮਾਨ ਨੂੰ ਆਪਣੇ ਕੰਨ ਤੱਕ ਖਿੱਚਿਆ ਤਾਂ ਉਹ ਮੌਤ ਤੋਂ ਡਰਦਾ ਕੰਧ ਦੇ ਓਹਲੇ ਲੁਕ ਗਿਆ। ਤੂੰ ਇਹੋ ਜਿਹੇ ਲੜਾਕੇ ਨੂੰ ਭੇਜਿਆ ਸੀ ਮੇਰੇ ਨਾਲ ਮੁਕਾਬਲਾ ਕਰਨ? ਮੈਂ ਚਾਹੁੰਦਾ ਤਾਂ ਇੱਕ ਪਲ ਵਿੱਚ ਉਸ ਨੂੰ ਸੋਧ ਸਕਦਾ ਸੀ, ਪਰ ਇਹੋ ਜਿਹੇ ਡਰਪੋਕ ਤੇ ਤੀਰ ਖਰਾਬ ਕਰਨ ਦੀ ਮੇਰੀ ਆਤਮਾ ਨੇ ਇਜਾਜ਼ਤ ਹੀ ਨਹੀਂ ਦਿੱਤੀ। ਕਾਸ਼ ਤੂੰ ਕਿਸੇ ਸੂਰਮੇ ਨੂੰ ਮੁਕਾਬਲਾ ਕਰਨ ਲਈ ਭੇਜਿਆ ਹੁੰਦਾ। ਇੱਕ ਹੈਰਾਨੀਜਨਕ ਫੈਕਟ ਤੁਹਾਨੂੰ ਦੱਸਾਂ ਤਾਂ ਕਿਸੇ ਵੀ ਕਮਾਨ ਦੀ ਪਾਵਰ ਉਸ ਦੇ ਖਿੱਚ ਦੇ ਪ੍ਰੈਸ਼ਰ ਤੋਂ ਨਾਪੀ ਜਾਂਦੀ ਹੈ। ਅੱਜ ਦੇ ਸਮੇਂ ਆਰਚਰੀ ਦੇ ਜਿਹੜੇ ਓਲੰਪਿਕ ਲੈਵਲ ਦੇ ਮੁਕਾਬਲੇ ਹੁੰਦੇ ਹਨ, ਜਿੱਥੇ ਵਰਲਡ ਦੇ ਬੈਸਟ ਤੀਰਅੰਦਾਜ਼ ਪਹੁੰਚਦੇ ਹਨ, ਉੱਥੇ ਔਨ ਐਨ ਐਵਰੇਜ ਲਗਭਗ 190 ਪਾਉਂਡ ਦੀ ਕਮਾਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਕਮਾਨ ਅੱਜ ਪੰਥ ਨੇ ਸੰਭਾਲ ਕੇ ਰੱਖੇ ਹਨ, ਰਿਸਰਚ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਕਮਾਨਾਂ ਦੀ ਖਿੱਚ 496 ਪਾਉਂਡ ਤੋਂ ਵੀ ਵੱਧ ਹੈ। ਹੁਣ ਤੁਸੀਂ ਆਪੇ ਹਿਸਾਬ ਲਗਾ ਸਕਦੇ ਹੋ ਕਿ ਕਿੰਨਾ ਬਲ ਹੋਊਗਾ ਸਾਡੇ ਗੁਰੂ ਸਾਹਿਬ ਦੀਆਂ ਬਾਹਾਂ 'ਚ। ਜੇ ਮੈਂ ਤੁਹਾਨੂੰ ਕਹਾਂ ਕਿ ਚਮਕੌਰ ਦੀ ਗੜੀ 'ਚ ਘੇਰਾ ਪਾਉਣ ਵਾਲੀ ਫੌਜ ਦੀ ਗਿਣਤੀ 10 ਲੱਖ ਨਹੀਂ ਸੀ ਤਾਂ ਤੁਸੀਂ ਸ਼ਾਇਦ ਵਿਸ਼ਵਾਸ ਨਹੀਂ ਕਰੋਗੇ।
ਪਰ ਬਚਪਨ ਤੋਂ ਹੀ ਪੜ੍ਹਦੇ ਸੁਣਦੇ ਆ ਰਹੇ ਇਸ ਗੱਲ ਦੇ ਇਤਿਹਾਸ ਵਿੱਚ ਕਿਤੇ ਵੀ ਕੋਈ ਪ੍ਰਮਾਣ ਨਹੀਂ ਮਿਲਦੇ। ਇਹ 10 ਲੱਖ ਵਾਲੀ ਗੱਲ ਜ਼ਫਰਨਾਮੇ ਨੂੰ ਹੀ ਆਧਾਰ ਮੰਨ ਕੇ ਕਹੀ ਜਾਂਦੀ ਹੈ, ਪਰ ਆਓ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਇਸ ਬਾਰੇ ਵਿੱਚ ਕੀ ਲਿਖਿਆ ਹੈ। ਗਰ ਸਿਨਹਾ ਕੇ ਕਾਰੇ ਕੁਨਦ ਚਹਿਲ ਨਰ ਬਾ ਦੈਲਕ ਬਰ ਆਇਦ ਬਰੋ ਬੇਖਬਰ। ਇਹ ਉਹੀ ਸ਼ੇਰ ਹੈ ਜਿਸ ਦੇ ਆਧਾਰ ਤੇ 10 ਲੱਖ ਵਾਲੀ ਗੱਲ ਕਹੀ ਜਾਂਦੀ ਹੈ। ਇਸ ਸ਼ੇਰ ਦੀ ਟਰਾਂਸਲੇਸ਼ਨ ਕਰਦਿਆਂ ਅੱਜ ਤੱਕ ਸਾਡੇ ਵਿਦਵਾਨ ਗਲਤੀ ਕਰਦੇ ਆ ਰਹੇ ਸਨ, ਪਰ ਨਵੀਨਤਮ ਖੋਜਾਂ ਅਨੁਸਾਰ ਇਹ ਦੈਲਕ ਸ਼ਬਦ ਦਾ ਅਰਥ 10 ਲੱਖ ਨਹੀਂ ਹੈ। ਲੱਖ ਸ਼ਬਦ ਤਾਂ ਫਾਰਸੀ ਭਾਸ਼ਾ ਵਿੱਚ ਹੈ ਹੀ ਨਹੀਂ, ਤੇ ਜਦੋਂ ਇਸ ਸ਼ਬਦ ਦਾ ਫਾਰਸੀ ਵਿੱਚ ਅਨੁਵਾਦ ਕਰਦੇ ਹਾਂ ਤਾਂ ਇਹ ਬਣਦਾ ਹੈ ਧੋਖਾ ਦੇਣ ਵਾਲੀ ਸਿਰਮੁੰਨੀ ਫੌਜ। ਔਰੰਗਜ਼ੇਬ ਮੇਰੇ ਭੁੱਖੇ ਭਾਣੇ 40 ਸਿੰਘ ਕੀ ਕਰਦੇ, ਜਦੋਂ ਤੇਰੀ ਧੋਖਾ ਦੇਣ ਵਾਲੀ ਸਿਰਮੁੰਨੀ ਦੁਸ਼ਮਣ ਫੌਜ ਨੇ ਆ ਕੇ ਉਹਨਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਸੀ। ਬਸ ਇਸ ਗੱਲ ਦਾ ਸਿਰਫ ਇੰਨਾ ਹੀ ਅਰਥ ਹੈ। ਫੌਜ ਦੀ ਗਿਣਤੀ ਵਾਲੀ ਗੱਲ ਪਾਤਸ਼ਾਹ ਅਗਲੇ ਸ਼ੇਰ ਵਿੱਚ ਕਰਦੇ ਹਨ। ਬਰਗੇ ਮਰਜ ਬੇਸ਼ੁਮਾਰ ਬਰਗੇ ਮਰਜ ਸ਼ਾਹਕੋਸ਼ ਆਮਦਮ। ਇਸ ਸ਼ੇਰ ਦਾ ਅਰਥ ਹੈ ਕਿ ਤੇਰੀ ਕਾਲੀ ਵਰਦੀਧਾਰੀ ਫੌਜ ਨੇ ਆ ਕੇ ਗੜੀ ਨੂੰ ਇੰਨਾ ਵਿਸ਼ਾਲ ਘੇਰਾ ਪਾ ਲਿਆ ਸੀ ਜਿਵੇਂ ਕਿਸੇ ਛੱਤੇ ਨੂੰ ਛੇੜਨ ਤੋਂ ਬਾਅਦ ਡੂਮਣੇ ਦੀਆਂ ਮੱਖੀਆਂ ਆ ਕੇ ਇਕੱਠੀਆਂ ਹੋ ਜਾਂਦੀਆਂ ਹਨ। 10 ਲੱਖ ਸ਼ਬਦ ਦੀ ਵਰਤੋਂ ਗੁਰੂ ਪਾਤਸ਼ਾਹ ਨੇ ਇੱਥੇ ਵੀ ਨਹੀਂ ਕੀਤੀ, ਕਿਉਂਕਿ ਦੁਸ਼ਮਣ ਦੇ ਘੇਰੇ ਵਿੱਚ ਕਦੇ ਵੀ ਫੌਜ ਦੀ ਗਿਣਤੀ ਨੰਬਰਸ ਵਿੱਚ ਨਹੀਂ ਕੀਤੀ ਜਾਂਦੀ। ਇਹ ਜੰਗ ਦੇ ਅਸੂਲਾਂ ਦੇ ਖਿਲਾਫ ਹੈ। ਇਹ ਡੂਮਣੇ ਵਾਲਾ ਐਗਜ਼ਾਮਪਲ ਦੇ ਕੇ ਤਾਂ ਇੱਕ ਅਨਬੈਲੈਂਸਡ ਵਾਰ ਦੇ ਦ੍ਰਿਸ਼ ਨੂੰ ਸਿਰਜਿਆ ਗਿਆ ਹੈ ਕਿ ਅਸੀਂ ਬਹੁਤ ਥੋੜੇ ਸੀ ਤੇ ਸਾਹਮਣੇ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਸੀ। ਇਤਿਹਾਸ ਦੀ ਤਵਾਰੀਖ ਦੇ ਇੱਕ ਹੋਰ ਮੁੱਖ ਸਰੋਤ ਵਿੱਚ ਵੀ ਚਮਕੌਰ ਦੇ ਘੇਰੇ ਦਾ ਵਰਣਨ ਮਿਲਦਾ ਹੈ। ਉਹਦੇ 'ਚ ਐਗਜ਼ਾਮਪਲ ਦਿੱਤਾ ਗਿਆ ਹੈ ਕਿ ਘੇਰੇ 'ਚ ਫੌਜ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਜੇ ਹਰ ਸਿਪਾਹੀ ਇੱਕ ਮੁੱਠੀ ਮਿੱਟੀ ਭਰ ਕੇ ਚਮਕੌਰ ਦੀ ਗੜੀ ਵੱਲ ਸੁੱਟੇ ਤਾਂ ਪੂਰੀ ਗੜੀ ਨੂੰ ਮਿੱਟੀ ਵਿੱਚ ਦੱਬਿਆ ਜਾ ਸਕਦਾ ਸੀ। ਗਿਣਤੀ ਦਾ ਇੱਥੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਹੋ ਸਕਦਾ ਹੈ ਕਿ ਘੇਰੇ ਵਿੱਚ ਫੌਜ ਦੀ ਗਿਣਤੀ 10 ਲੱਖ ਤੋਂ ਵੀ ਕਿਤੇ ਵੱਧ ਹੋਵੇ, ਪਰ ਇਹ 10 ਲੱਖ ਦੀ ਗਿਣਤੀ ਵਾਲੀ ਗੱਲ ਬਿਲਕੁਲ ਗਲਤ ਹੈ। ਜ਼ਫਰਨਾਮਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਇਸ ਤੇ ਕਿੰਤੂ ਕਰਨ ਦਾ ਇੱਕ ਵੱਡਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇਸ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਚਾਪਲੂਸੀ ਕੀਤੀ ਹੈ, ਕਿਉਂਕਿ ਜ਼ਫਰਨਾਮੇ ਦੇ 89 ਤੋਂ ਲੈ ਕੇ 94 ਤੱਕ 5 ਸ਼ੇਰਾਂ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਔਰੰਗਜ਼ੇਬ ਦੀਆਂ ਸਿਫਤਾਂ ਗਿਣਾਈਆਂ ਹਨ। ਦਰਅਸਲ ਇਸ ਨੂੰ ਆਪਾਂ ਚਾਪਲੂਸੀ ਦੀ ਥਾਂ ਸੱਚ ਦਾ ਐਨਾਲਾਈਸਿਸ ਕਹਾਂਗੇ, ਕਿਉਂਕਿ ਔਰੰਗਜ਼ੇਬ ਵਿੱਚ ਸੱਚਮੁੱਚ ਇਹ ਖੂਬੀਆਂ ਮੌਜੂਦ ਸਨ, ਤੇ ਖੂਬੀਆਂ ਵੀ ਉਹ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਦਿਲ ਵਿੱਚ ਔਰੰਗਜ਼ੇਬ ਦੀ ਜੋ ਪੱਥਰ ਦਿਲ ਤੇ ਜ਼ਾਲਮ ਬਾਦਸ਼ਾਹ ਦੀ ਛਵੀ ਬਣੀ ਹੋਈ ਹੈ ਉਸ ਨੂੰ ਤਰੇੜਾਂ ਪੈ ਜਾਣਗੀਆਂ, ਜੋ ਇਤਿਹਾਸ 'ਚ ਤੁਸੀਂ ਪਹਿਲਾਂ ਕਦੀ ਨਹੀਂ ਸੁਣੀਆਂ ਹੋਣੀਆਂ। ਪਰ ਜੇ ਸਾਡੇ ਗੁਰੂ ਸਾਹਿਬ ਨੇ ਉਸ ਨੂੰ ਸਿਰਫ ਦੁਸ਼ਮਣ ਦੀ ਅੱਖ ਨਾਲ ਨਾ ਵੇਖਦੇ ਹੋਏ ਉਹਨਾਂ ਗੁਣਾਂ ਨੂੰ ਇਗਨੋਰ ਨਹੀਂ ਕੀਤਾ ਤਾਂ ਅਸੀਂ ਕਰਨ ਵਾਲੇ ਕੌਣ ਹੁੰਨੇ ਹਾਂ। ਗੁਰੂ ਸਾਹਿਬ ਲਿਖਦੇ ਹਨ, ਚਾਬਕ ਰਕੇਬ ਅਸਤ ਚਲਾਕ ਅਸਤ ਹੁਸਨਲ ਜਮਾਲ ਅਸਤ ਰੋਸ਼ਨ ਜਮੀਰ ਖੁਦਾਬੰਦ ਮੁਲਕ ਅਸਤ ਸਾਹਿਬ ਅਮੀਰ। ਗੁਰੂ ਸਾਹਿਬ ਕਹਿੰਦੇ ਹਨ ਕਿ ਔਰੰਗਜ਼ੇਬ ਤੋਂ ਇੱਕ ਬੜਾ ਬਹਾਦਰ ਯੋਧਾ ਹੈ। ਹਮੀਦੁਦੀਨ ਦੀ ਫਾਰਸੀ ਦੀ ਬੁੱਕ ਅਹਿਕਾਮੇ ਆਲਮਗੀਰੀ ਦੇ ਅਨੁਸਾਰ ਦੱਖਣ ਦਿਸ਼ਾ ਵੱਲ ਇੱਕ ਵਾਰ ਜਦੋਂ ਜੰਗੀ ਮੈਦਾਨ 'ਚੋਂ ਤੋਪ ਦੇ ਖੜਕੇ ਤੋਂ ਡਰ ਕੇ ਔਰੰਗਜ਼ੇਬ ਦਾ ਹਾਥੀ ਭੱਜਣ ਲੱਗਾ ਤਾਂ ਉਸਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਮੇਰੇ ਹਾਥੀ ਦੇ ਪੈਰ ਜੰਜੀਰ ਨਾਲ ਬੰਨ੍ਹ ਦਿਓ। ਕਿਤੇ ਹਾਥੀ ਡਰ ਕੇ ਭੱਜ ਗਿਆ ਤਾਂ ਲੋਕੀ ਕਹਿਣਗੇ ਕਿ ਔਰੰਗਜ਼ੇਬ ਨੇ ਮੌਤ ਤੋਂ ਡਰਦੇ ਨੇ ਪਿੱਠ ਦਿਖਾ ਦਿੱਤੀ। ਗੁਰੂ ਸਾਹਿਬ ਕਹਿੰਦੇ ਹਨ ਕਿ ਔਰੰਗਜ਼ੇਬ ਤੂੰ ਬੜਾ ਸ਼ਾਨਦਾਰ ਘੋੜਸਵਾਰ ਵੀ ਹੈ। 14 ਸਾਲ ਦੀ ਉਮਰ ਵਿੱਚ ਉਸਨੇ ਘੋੜੇ ਤੇ ਸਵਾਰ ਹੋ ਕੇ ਜੰਗੀ ਹਾਥੀ ਦਾ ਮੁਕਾਬਲਾ ਕੀਤਾ ਸੀ। ਗੁਰੂ ਸਾਹਿਬ ਕਹਿੰਦੇ ਹਨ ਕਿ ਔਰੰਗਜ਼ੇਬ ਤੂੰ ਬਚਪਨ ਤੋਂ ਹੀ ਗਰੀਬਾਂ ਨੂੰ ਦਾਤਾਂ ਦੇਣ ਵਾਲਾ ਹੈ। ਬਚਪਨ 'ਚ ਔਰੰਗਜ਼ੇਬ ਨੂੰ 500 ਰੁਪਏ ਜੇਬ ਖਰਚ ਮਿਲਦਾ ਸੀ ਜੋ ਉਹ ਗਰੀਬਾਂ ਵਿੱਚ ਵੰਡ ਦਿੰਦਾ ਸੀ। ਹਾਲਾਂਕਿ ਧਾਰਮਿਕ ਕੱਟਰ ਹੋਣ ਕਰਕੇ ਵੰਡਦਾ ਮੁਸਲਮਾਨ ਗਰੀਬਾਂ 'ਚ ਹੀ ਸੀ, ਪਰ ਇੱਕ ਬੱਚੇ ਦਾ ਆਪਣੇ ਸ਼ੌਂਕ ਪੂਰੇ ਕਰਨ ਦੀ ਥਾਂ ਜੇਬ ਖਰਚ ਨੂੰ ਗਰੀਬਾਂ 'ਚ ਵੰਡ ਦੇਣਾ ਮਾਇਨੇ ਰੱਖਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਔਰੰਗਜ਼ੇਬ ਤੂੰ ਸੋਹਣਾ ਬਹੁਤ ਹੈ। ਔਰੰਗਜ਼ੇਬ ਦੇ ਪਿਤਾ ਸ਼ਾਹਜਹਾਂ ਰੰਗ ਰੂਪ ਦਾ ਕਾਫੀ ਸੋਹਣਾ ਸੀ ਤੇ ਮਾਂ ਮੁਮਤਾਜ਼ ਤਾਂ ਉਸ ਸਮੇਂ ਦੀਆਂ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਔਰਤਾਂ ਵਿੱਚ ਸ਼ੁਮਾਰ ਸੀ। ਸੋਹਣੇ ਮਾਂ-ਬਾਪ ਤੋਂ ਜੰਮੇ ਚੰਗੇ ਰੰਗ ਰੂਪ ਵਾਲੇ ਔਰੰਗਜ਼ੇਬ ਨੂੰ ਜੇ ਗੁਰੂ ਸਾਹਿਬ ਨੇ ਸੋਹਣਾ ਕਹਿਤਾ ਤਾਂ ਇਹਦੇ 'ਚ ਕੀ ਬੁਰਾਈ ਸੀ। ਇਸ ਤੋਂ ਇਲਾਵਾ ਔਰੰਗਜ਼ੇਬ ਇੱਕ ਬੜਾ ਤਗੜਾ ਵਿਦਵਾਨ ਵੀ ਸੀ। ਉਹ ਕੈਲੀਗ੍ਰਾਫੀ ਵਿਧੀ ਨਾਲ ਕੁਰਾਨ ਸ਼ਰੀਫ ਲਿਖਿਆ ਕਰਦਾ ਸੀ। ਅੱਜ ਵੀ ਉਸ ਦੀਆਂ ਹਸਤਲਿਖਿਤ ਕੁਰਾਨਾਂ 'ਚੋਂ ਇੱਕ ਕੁਰਾਨ ਮੱਕੇ ਮਦੀਨੇ 'ਚ ਤੇ ਇੱਕ ਹਜ਼ਰਤ ਨਿਜ਼ਾਮੂਦੀਨ ਔਲੀਏ ਦੀ ਦਰਗਾਹ ਤੇ ਪਈ ਹੈ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਦੇ ਰਾਜ ਕਰਨ ਦੇ ਤਰੀਕੇ ਦੀ, ਉਸ ਦੀ ਲੀਡਰਸ਼ਿਪ ਦੀ ਵੀ ਤਾਰੀਫ ਕਰਦੇ ਹਨ। ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਸ਼ਰਾਬਬੰਦੀ ਕਰਵਾਈ ਸੀ ਤੇ ਜਿੱਥੇ ਔਰੰਗਜ਼ੇਬ ਦੇ ਪਿਓ ਤੇ ਦਾਦੇ ਪੜਦਾਦਿਆਂ ਦੇ ਹਰਮ 'ਚ ਹਜ਼ਾਰਾਂ ਦਾਸੀਆਂ ਰਹਿੰਦੀਆਂ ਸਨ,
ਔਰੰਗਜ਼ੇਬ ਨੇ ਵੈਸ਼ਿਆਵਰਤੀ ਤੇ ਰੋਕ ਲਵਾ ਦਿੱਤੀ ਸੀ। ਉਸਨੇ ਐਲਾਨ ਕਰਤਾ ਸੀ ਕਿ ਬਾਦਸ਼ਾਹ ਰਾਜ ਦੀ ਕਮਾਈ ਦੀ ਵਰਤੋਂ ਆਪਣੇ ਨਿੱਜੀ ਜ਼ਰੂਰਤਾਂ ਲਈ ਨਹੀਂ ਕਰ ਸਕਦਾ। ਇਸ ਲਈ ਆਪਣੇ ਤੇ ਪਰਿਵਾਰ ਦਾ ਖਰਚਾ ਚਲਾਉਣ ਲਈ ਔਰੰਗਜ਼ੇਬ ਮੁਸਲਮਾਨੀ ਟੋਪੀਆਂ ਬਣਾ ਕੇ ਵੇਚਿਆ ਕਰਦਾ ਸੀ। ਮਰਨ ਤੋਂ ਬਾਅਦ ਉਸ ਦੀ ਵਸੀਅਤ 'ਚ ਲਿਖਿਆ ਮਿਲਿਆ ਸੀ ਕਿ ਫਲਾਣੀ ਥਾਂ ਤੇ 4 ਰੁਪਏ ਤੇ ਅੱਧਾ ਅੰਨਾ ਪਿਆ ਹੈ ਜੋ ਕਿ ਮੈਂ ਟੋਪੀਆਂ ਵੇਚ ਕੇ ਕਮਾਇਆ ਸੀ। ਉਹ ਰੁਪਏ ਤੁਸੀਂ ਮੇਰੀ ਕਬਰ ਤੇ ਖਰਚ ਕਰ ਦਿਓ। ਰਾਜ ਦੇ ਪੈਸਿਆਂ 'ਚੋਂ ਮੇਰੀ ਕਬਰ ਤੇ ਖਰਚਾ ਨਾ ਕਰਿਓ ਤੇ ਮੇਰੀਆਂ ਲਿਖੀਆਂ ਕੁਰਾਨ ਸ਼ਰੀਫ ਵੇਚ ਕੇ ਜੋ ਕਮਾਈ ਹੋਵੇ ਉਹ ਗਰੀਬਾਂ ਵਿੱਚ ਵੰਡ ਦਿਓ। ਸੱਚੇ ਮੁਸਲਮਾਨ ਨੂੰ ਇਹ ਗੱਲ ਨਹੀਂ ਸ਼ੋਭਦੀ ਕਿ ਉਹ ਕੁਰਾਨ ਸ਼ਰੀਫ ਵੇਚ ਕੇ ਕਮਾਈ ਕਰੇ। ਇਹ ਤਾਂ ਸੀ ਉਸ ਦੀਆਂ ਸਿਫਤਾਂ। ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਔਰੰਗਜ਼ੇਬ ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਖਰਾਬੀ ਕਿੱਥੇ ਹੈ। ਕਿਸੇ ਵੀ ਚੀਜ਼ ਦੀ ਅਤੀ ਹਮੇਸ਼ਾ ਹੀ ਮਾੜੀ ਹੁੰਦੀ ਹੈ ਤੇ ਤੇਰੀ ਆਪਣੇ ਧਰਮ ਦੀ ਹੱਦ ਤੋਂ ਵੱਧ ਕੱਟੜਤਾ ਨੇ ਹੀ ਤੇਰਾ ਬੇੜਾ ਗਰਕ ਕੀਤਾ ਹੈ, ਤੈਨੂੰ ਹਥਿਆਰਾਂ ਤੇ ਜ਼ਾਲਮ ਬਣਾਤਾ ਹੈ। ਇਸ ਕੱਟੜਤਾ ਨਾਲ ਹੀ ਤੂੰ ਆਪਣੇ ਧਰਮ ਨੂੰ ਵੀ ਕਲੰਕਿਤ ਕਰ ਰਿਹਾ ਹੈ। ਨਾ ਤੈਨੂੰ ਕੁਰਾਨ ਤੇ ਯਕੀਨ ਹੈ ਤੇ ਨਾ ਇਸਲਾਮ ਤੇ। ਔਰੰਗਜ਼ੇਬ ਸਿਰਫ ਸੁੰਨੀ ਸਮਾਜ ਨੂੰ ਹੀ ਮੁਸਲਮਾਨ ਮੰਨਦਾ ਸੀ। ਉਸਨੇ ਸਿੱਖਾਂ ਤੇ ਹਿੰਦੂਆਂ ਦੇ ਨਾਲ ਸ਼ੀਆ, ਖੋਜਾ ਤੇ ਗੋਰਾ ਮੁਸਲਮਾਨਾਂ ਤੇ ਵੀ ਬੇਇੰਤਹਾ ਜ਼ੁਲਮ ਕੀਤੇ ਸੀ। ਉਸਨੇ ਰਾਜ ਧਿਆਉਣ ਲਈ ਆਪਣੇ ਭਰਾਵਾਂ, ਭਤੀਜਿਆਂ, ਆਪਣੇ ਜੀਜੇ ਤੇ ਆਪਣੇ ਭਾਣਜਿਆਂ ਤੱਕ ਨੂੰ ਕਤਲ ਕਰਵਾਤਾ ਸੀ ਤੇ ਆਪਣੇ ਪਿਤਾ ਸ਼ਾਹਜਹਾਂ ਨੂੰ ਲਾਲ ਕਿਲੇ ਵਿੱਚ ਕੈਦ ਕਰਤਾ ਸੀ, ਜਿੱਥੇ ਉਹਨੂੰ ਹਰ ਰੋਜ਼ ਸਿਰਫ ਅੱਧਾ ਪਿਆਲਾ ਪਾਣੀ ਹੀ ਪੀਣ ਨੂੰ ਦਿੱਤਾ ਜਾਂਦਾ ਸੀ। ਜੇਲ੍ਹ 'ਚ ਖਾਲੀ ਬੈਠਾ ਸ਼ਾਹਜਹਾਂ ਕੁਝ ਨਾ ਕੁਝ ਲਿਖਦਾ ਰਹਿੰਦਾ ਸੀ ਤੇ ਇੱਕ ਦਿਨ ਉਸਨੇ ਇਹ ਪਾਣੀ ਸ਼ਾਹੀ ਘੋਲਣ ਲਈ ਵਰਤ ਲਿਆ ਤੇ ਜਦੋਂ ਉਸਨੇ ਜੂਨ ਦੀ ਤਪਦੀ ਦੁਪਹਿਰ 'ਚ ਪੀਣ ਲਈ ਹੋਰ ਪਾਣੀ ਮੰਗਿਆ ਤਾਂ ਔਰੰਗਜ਼ੇਬ ਨੇ ਕਿਹਾ ਸੀ ਕਿ ਭਾਵੇਂ ਤਨ ਦੀ ਪਿਆਸ ਬੁਝਾ ਲੈ ਤੇ ਭਾਵੇਂ ਲਿਖ ਕੇ ਮਨ ਦੀ, ਪਾਣੀ ਤਾਂ ਤੈਨੂੰ ਇੰਨਾ ਹੀ ਮਿਲੂਗਾ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਔਰੰਗਜ਼ੇਬ ਤੂੰ ਸਮਝਦਾ ਨਹੀਂ, ਕਾਹਲੀ ਕਰਨਾ ਸ਼ੈਤਾਨ ਦਾ ਕੰਮ ਹੁੰਦਾ ਹੈ। ਮੈਂ ਤੇਰੇ ਨਾਲ ਲੜਨਾ ਨਹੀਂ ਸੀ ਚਾਹੁੰਦਾ, ਪਰ ਤੂੰ ਮਜ਼ਲੂਮਾਂ ਤੇ ਜ਼ੁਲਮਾਂ ਦੀ ਹੱਦ ਹੀ ਤੋੜਤੀ ਤਾਂ ਮੈਨੂੰ ਮਜਬੂਰੀ ਵਿੱਚ ਹਥਿਆਰ ਚੁੱਕਣੇ ਪਏ। ਔਰੰਗਜ਼ੇਬ ਜਦੋਂ ਤੱਕ ਸਵੇਰ ਤੋਂ ਲੈ ਕੇ ਹਿੰਦੂਆਂ ਦੇ 1.25 ਮਣ ਜਨੇਊ ਲਹਾ ਕੇ ਉਹਨਾਂ ਨੂੰ ਮੁਸਲਮਾਨ ਨਹੀਂ ਬਣਾ ਦਿੰਦਾ ਸੀ, ਉਦੋਂ ਤੱਕ ਪਾਣੀ ਦਾ ਘੁੱਟ ਨਹੀਂ ਭਰਦਾ ਸੀ। ਪੂਰੇ ਭਾਰਤ 'ਚ ਰਾਜ ਕਰਨ ਵਾਲੇ ਇਸ ਜ਼ਾਲਮ ਤੇ ਤਾਨਾਸ਼ਾਹ ਬਾਦਸ਼ਾਹ ਦੇ ਸਾਹਮਣੇ ਕੋਈ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦਾ ਸੀ। ਸੋ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਜੋ ਕਰ ਰਿਹਾ ਹਾਂ ਠੀਕ ਕਰ ਰਿਹਾ ਹਾਂ। ਪਹਿਲੀ ਵਾਰ ਇਸ ਖੱਤ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਾਇਆ ਸੀ ਤੇ ਇਸ ਖੱਤ ਨੂੰ ਪੜ੍ਹਨ ਤੋਂ ਬਾਅਦ ਉਸ ਨੂੰ ਆਪਣੇ ਕਰਮਾਂ ਤੇ ਪਛਤਾਵਾ ਹੋਣ ਲੱਗ ਪਿਆ ਸੀ। ਤੇ ਜਦੋਂ ਇਸ ਖੱਤ ਦਾ ਪਤਾ ਆਵਾਮ ਨੂੰ ਚੱਲਿਆ ਤਾਂ ਉਹਨਾਂ ਨੇ ਵੀ ਔਰੰਗਜ਼ੇਬ ਨੂੰ ਲਾਹਣਤਾਂ ਪਾਈਆਂ ਕਿ ਤੇਰਾ ਮਕਸਦ ਤਾਂ ਸਿੱਖਾਂ ਦੇ ਗੁਰੂ ਨੂੰ ਗ੍ਰਿਫਤਾਰ ਕਰਨਾ ਸੀ। ਇੰਨੀ ਲੱਖਾਂ ਦੀ ਗਿਣਤੀ 'ਚ ਫੌਜਾਂ ਹੋਣ ਦੇ ਬਾਅਦ ਵੀ ਤੂੰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਪਾਇਆ ਤੇ ਤੂੰ ਛੋਟੇ ਬੱਚਿਆਂ ਨੂੰ ਸ਼ਹੀਦ ਕਰਾ ਕੇ ਇਸਲਾਮ ਨੂੰ ਕਲੰਕਿਤ ਕੀਤਾ ਹੈ ਤੇ ਤੂੰ ਫਜ਼ੂਲ ਦੀਆਂ ਜੰਗਾਂ 'ਚ ਸਾਡੇ ਆਪਣੇ ਵੀ ਲੱਖਾਂ ਪੁੱਤ ਸ਼ਹੀਦ ਕਰਾ ਦਿੱਤੇ। ਚਾਰੇ ਪਾਸਿਓਂ ਪੈਂਦੀਆਂ ਲਾਹਣਤਾਂ ਤੇ ਆਤਮਿਕ ਝੋਰੇ ਨਾਲ ਫਿਰ ਉਹ ਬਿਮਾਰ ਰਹਿਣ ਲੱਗ ਪਿਆ ਸੀ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਸ ਦਾ ਪਰਿਵਾਰ ਤੇ ਉਸ ਦੇ ਬੱਚੇ ਵੀ ਉਸ ਤੋਂ ਇੰਨੇ ਦੁਖੀ ਸੀ ਕਿ ਉਹਨਾਂ 'ਚੋਂ ਕੋਈ ਵੀ ਉਸ ਦੀ ਕਬਰ ਤੇ ਮਿੱਟੀ ਪਾਉਣ ਨਹੀਂ ਆਇਆ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਤੁਸੀਂ ਆਲਰੇਡੀ ਬਹੁਤ ਕੁਝ ਮਿਸ ਕਰ ਰਹੇ ਹੋ। ਤੇ ਹਰ ਦਿਨ ਦੇ ਇਤਿਹਾਸ ਦੀ ਜਾਣਕਾਰੀ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ।